देश सेवक देख रहे सारे ही ਸਰੋਤਿਆਂ ਨੂੰ ਜਗਤਾਰ ਸਿੰਘ ਜੱਬੋਵਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਗੱਲ ਕਰਾਂਗੇ ਗੜ੍ਹਸ਼ੰਕਰ ਦੇ ਵਿੱਚ ਬਹੁਤ ਮਹਾਨ ਸ਼ਖਸੀਅਤ ਦੇ ਨਾਮ ਦੇ ਨਾਲ ਜਾਣੇ ਜਾਂਦੇ ਸ਼੍ਰੀ ਸ਼ੰਗਾਰਾ ਰਾਮ ਸਹੂੰਗੜਾ ਸਾਹਿਬ ਜੀ ਦੀ। ਸਹੂੰਗੜਾ ਸਾਹਿਬ ਪਿਛਲੇ ਸਮੇਂ ਦੇ ਦੌਰਾਨ ਸਾਡੇ ਵਿੱਚੋਂ ਅਕਾਲ ਚਲਾਣਾ ਕਰ ਗਏ ਨੇ। ਅੱਜ ਉਹਨਾਂ ਦੀ ਯਾਦ ਦੇ ਅੰਦਰ ਜਿਹੜੀਆਂ ਆਖਰੀ ਰਸਮਾਂ ਜਿਹੜੀਆਂ ਹੈਗੀਆਂ ਭੋਗ ਇੱਥੇ ਪਾਇਆ ਜਾਣਾ ਹੈਗਾ ਆ। ਅਸੀਂ ਰੂਬਰੂ ਉਹਨਾਂ ਮਹਾਨ ਸ਼ਖਸੀਅਤ ਜਿਹੜੀਆਂ ਇੱਥੇ ਪਹੁੰਚਣਗੀਆਂ ਉਹਨਾਂ ਦੇ ਰੂਬਰੂ ਵੀ ਕਰਵਾਵਾਂਗੇ। ਤੁਸੀਂ ਦੇਖੋਗੇ ਕਿ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਲੈਂਦੇ ਹੋਏ ਅੱਜ ਇੱਥੇ ਜਿਹੜਾ ਹੈਗਾ ਆ ਭੋਗ ਦੀਆਂ ਪੂਰੀਆਂ ਜਿਹੜੀਆਂ ਤਿਆਰੀਆਂ ਹੈਗੀਆਂ ਆ ਉਹ ਕੀਤੀਆਂ ਜਾ ਰਹੀਆਂ। ਅੰਤਮ ਅਰਦਾਸ ਜਿਹੜੀ ਹੈਗੀ ਆ ਅੱਜ ਇੱਥੇ ਹੋਣ ਜਾ ਰਹੀ ਹੈਗੀ ਆ। ਸ਼੍ਰੀ ਸ਼ੰਗਾਰਾ ਰਾਮ ਸਹੂੰਗੜਾ ਸਾਬਕਾ MLA ਸਾਹਿਬਾਨ ਜਿਨ੍ਹਾਂ ਨੇ ਬਹੁਜਨ ਸਮਾਜ ਦੇ ਲਈ ਬਹੁਤ ਵੱਡੀ ਘਾਲੀ ਤੇ ਆਪਣਾ ਬਹੁਤ ਵੱਡਾ ਜਿਹੜਾ ਜੀਵਨ ਹੈਗਾ ਆ ਉਹ ਇਸ ਪਾਰਟੀ ਦੇ ਲਈ ਬਹੁਤ ਵੱਡਾ। ਦੇਖੋ ਜਿੱਦਾਂ ਸਰੀਰ ਦੇ ਵਿੱਚੋਂ ਰੀੜ੍ਹ ਦੀ ਹੱਡੀ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਜੀ, ਸਾਡਾ ਸਾਰਿਆਂ ਦਾ ਰਿਸ਼ਤਾ ਉਦਾਂ ਦਾ ਸੀ ਜੀ ਜੀ ਬਈ ਤੁਸੀਂ ਰੀੜ੍ਹ ਦੀ ਹੱਡੀ ਤੋਂ ਬਿਨਾਂ ਖੜੇ ਨਹੀਂ ਹੋ ਸਕਦੇ ਜੀ ਜੀ। ਸ਼ੰਗਾਰਾ ਰਾਮ ਸਹੂੰਗੜਾ ਜੀ, ਲਾਖਾ ਸਾਹਿਬ, ਮਾਨੇਵਰ ਕਾਂਸ਼ੀ ਰਾਮ ਸਾਹਿਬ ਦੀ ਉਹ ਲਹਿਰ ਜੀ ਜੀ ਜਿਹਦੇ ਵਿੱਚ ਅਸੀਂ ਸਾਰੇ ਇੱਕ ਲੜੀ ਦੇ ਵਿੱਚ ਪਰੋਏ ਗਏ ਤੇ ਅੱਜ ਸਾਡੇ ਸਾਥੀ ਸ਼ੰਗਾਰਾ ਰਾਮ ਸਹੂੰਗੜਾ ਜੀ ਜਿਹੜੇ ਸਾਨੂੰ 2 ਅਪ੍ਰੈਲ ਨੂੰ ਸਦੀਵੀ ਵਿਛੋੜਾ ਦੇ ਗਏ ਜੀ ਜੀ ਤੇ ਇਹ ਨਾ ਪੂਰਾ ਹੋਣ ਵਾਲਾ ਘੱਟ ਹੈ। ਅੱਜ ਅਸੀਂ ਸਾਰੇ ਉਹਨਾਂ ਦੇ ਸ਼ਰਧਾਂਜਲੀ ਸਮਾਰੋਹ ਵਿੱਚ ਆਏ ਹਾਂ ਕਿਉਂਕਿ ਉਹ ਜਿਹੜਾ ਉਹਨਾਂ ਦਾ ਪਰਿਵਾਰ ਸ਼ੰਗਾਰਾ ਰਾਮ ਸਹੂੰਗੜਾ ਜੀ ਦਾ ਪਰਿਵਾਰ ਨਹੀਂ, ਉਹ ਸਾਡਾ ਪਰਿਵਾਰ ਹੈ। ਅਸੀਂ ਸਮਾਜ ਨੂੰ ਜੋ ਸੇਧ ਦੇ ਕੇ ਗਏ ਹੈ ਉਸ ਸੇਧ ਦੇ ਉੱਤੇ ਚੱਲਣ ਦੇ ਲਈ ਅੱਜ ਅਸੀਂ ਇੱਕ ਸੰਕਲਪ ਲਵਾਂਗੇ ਕਿ ਅਸੀਂ ਸ਼ੰਗਾਰਾ ਰਾਮ ਸਹੂੰਗੜਾ ਜੀ ਜੋ ਮਾਨੇਵਰ ਸਾਹਿਬ ਕਾਂਸ਼ੀ ਰਾਮ ਜੀ ਦੀ ਚਲਾਈ ਹੋਈ ਲਹਿਰ ਜਿਸ ਨੂੰ ਲਾਖਾ ਸਾਹਿਬ ਸ਼ੰਗਾਰਾ ਰਾਮ ਸਹੂੰਗੜਾ ਉਹ ਸਾਰੇ ਅਸੀਂ ਸਾਥੀ ਲੈ ਕੇ ਚੱਲੇ ਔਰ ਉਹ ਅਧੂਰੀ ਹੈ ਜੇ ਉਸ ਨੂੰ ਪੂਰਾ ਕਰਨ ਦੇ ਲਈ ਇੱਕ ਅਸੀਂ ਸ਼ਰਧਾਂਜਲੀ ਸਮਾਰੋਹ 'ਚ ਸਾਰੇ ਹਾਜ਼ਰ ਹੋਏ ਆ। ਸਾਡੇ ਸਾਥੀ ਚਲੇ ਗਏ, ਅਸੀਂ ਗਮਗੀਨ ਆ ਅੰਦਰੋਂ ਕਿ ਉਹਨਾਂ ਦਾ ਨਾਂ ਪੂਰਾ ਹੋਣ ਵਾਲਾ ਘੱਟ ਹੈ। ਜਿਹੜਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੇ ਪਰਿਵਾਰ ਨੂੰ ਆਪਣੀ ਆਗੋਸ਼ ਵਿੱਚ ਬੁੱਕਲ 'ਚ ਲੈ ਕੇ ਉਹਨਾਂ ਦੇ ਬੇਟੇ ਕੁਮਰ ਨੂੰ, ਉਹਨਾਂ ਦੇ ਪਰਿਵਾਰ ਬੇਟੀ ਨੂੰ, ਉਹਨਾਂ ਦਾ ਅਸੀਂ ਉਹ ਸੁਪਨਾ ਪੂਰਾ ਕਰ ਸਕੇ ਜਿਸ ਨਾਲ ਮੈਂ ਸਮਝਦਾ ਕਿ ਅਸੀਂ ਵਿਧਾਨ ਸਭਾ 'ਚ ਇਕੱਠੇ 5 ਸਾਲ ਕੰਮ ਕੀਤਾ ਸਮਾਜ ਲਈ, ਕੌਮ ਲਈ। ਸਾਹਿਬ ਕਾਂਸ਼ੀ ਰਾਮ ਦੀ ਬਦੌਲਤ ਅਸੀਂ MLA ਬਣੇ ਔਰ ਜੇ ਤੁਸੀਂ 92 ਤੋਂ 97 ਦੀ ਪ੍ਰੋਸੀਡਿੰਗ ਪੜ੍ਹੋ ਜਿੰਨੇ MLA ਅਸੀਂ 9 ਜਿੱਤ ਕੇ ਗਏ ਔਰ ਜੇ ਕਿਤੇ ਸਾਨੂੰ ਕਿਸੇ ਵਿਧਾਨ ਸਭਾ ਦੇ ਵਿੱਚ ਕਿਸੇ ਇਸ਼ੂ ਤੇ ਪ੍ਰੋਟੈਸਟ ਕਰਨਾ ਪੈਂਦਾ ਤਾਂ ਉਹਨਾਂ ਦੇ ਵਿੱਚ ਮੋਹਰੀ ਸ਼ੰਗਾਰਾ ਰਾਮ ਸਹੂੰਗੜਾ ਹਮੇਸ਼ਾ ਹੀ ਹੁੰਦਾ ਸੀ। ਇਸ ਕਰਕੇ ਅੱਜ ਉਹ ਯਾਰ ਨੂੰ ਸਲੂਟ ਕਰਨ ਆਏ ਆ। ਯਾਦਾਂ ਦਰਦ ਬਹੁਤ ਨੇ। ਮੈਂ ਇੱਕੋ ਹੀ ਗੱਲ ਕਹਿਣਾ ਚਾਹੂੰਗਾ ਕਿ ਅੱਜ ਉਹਦੇ ਭੋਗ ਤੇ ਉਹਦੀ ਸ਼ਰਧਾਂਜਲੀ ਉਹਨੂੰ ਦੇਣ ਆਏ ਆ। ਇਹ ਅੰਤਮ ਅਰਦਾਸ ਨਹੀਂ ਸਾਡੇ ਮਿੱਤਰ ਦੀ। ਇੱਥੇ ਸਮਾਜ ਨੂੰ ਕੋਈ ਫੈਸਲਾ ਲੈਣਾ ਚਾਹੀਦਾ ਕਿ ਅਸੀਂ ਕੌਮ ਖਾਤਰ, ਸਮਾਜ ਖਾਤਰ, ਪਾਰਟੀ ਖਾਤਰ ਅੱਗੇ ਕਿੱਥੇ ਨੁਕਸ ਰਹਿ ਗਿਆ, ਕੀ ਕਰੀਏ। ਇਹ ਨਾ ਹੋਵੇ ਕਿ ਇਹੋ ਜਿਹੇ ਹੀਰੇ ਸਤਨਾਮ ਕੈਨ ਚਲਿਆ ਗਿਆ, ਹਰਭਜਨ ਲਾਖਾ ਚਲਿਆ ਗਿਆ, ਗੁਰਪਾਲ ਚਲਿਆ ਗਿਆ। ਅਸੀਂ ਇਹ ਸੋ ਕੁਝ ਸਬਕ ਲਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਦਾ ਸੁਧਾਰ ਕਿਵੇਂ ਲੈ ਕੇ ਆਉਣਾ, ਰਾਜਨੀਤਿਕ ਤੌਰ ਤੇ ਆਪਦੇ ਆਪ ਨੂੰ ਕਿਵੇਂ ਅੱਗੇ ਲੈ ਕੇ ਜਾਣਾ। ਮੈਂ ਤਾਂ ਉਸ ਮਿੱਤਰ ਨੂੰ ਸਲੂਟ ਹੀ ਕਰ ਸਕਦਾ। ਸਹੂੰਗੜਾ ਸਾਡੇ ਦਿਲਾਂ 'ਚੋਂ ਨਹੀਂ ਜਾ ਸਕਦਾ, ਉਹ ਜਿਸਮਾਨੀ ਤੌਰ ਤੇ ਜ਼ਰੂਰ ਚਲਿਆ ਗਿਆ। ਜੈ ਖੰਡ ਪਾਠ ਦੇ ਭੋਗ ਸਮੇਂ ਅੱਜ ਸ਼ਰਧਾਂਜਲੀ ਸਮਾਰੋਹ ਵਿੱਚ ਸ਼ਾਮਲ ਹੋਣ ਆਏ ਆ ਪਰਗਨ ਬਿਲਗਾ ਬਸਪਾ ਆਗੂ ਪੰਜਾਬ। ਸਾਥੀਓ, ਸਾਹਿਬ ਕਾਂਸ਼ੀ ਰਾਮ ਤੋਂ ਜਾਣ ਤੋਂ ਬਾਅਦ ਹਰਭਜਨ ਲਾਖਾ ਜੀ ਦੀ ਜਾਣਾ, ਹਰ ਗੋਪਾਲ ਸਰੋਏ ਦਾ ਜਾਣਾ ਤੇ ਉਸ ਤੋਂ ਬਾਅਦ ਸ਼ੰਗਾਰਾ ਰਾਮ ਸਹੂੰਗੜੇ ਦਾ ਜਾਣਾ ਜਾਂ ਹੋਰ
ਓਮ ਪ੍ਰਕਾਸ਼ ਸਿੱਧਮ ਦਾ ਜਾਣਾ ਜਾਂ ਮੋਤੀ ਲਾਲ ਸਾਂਸੀਆਂ ਦਾ ਜਾਣਾ, ਦੇਸ਼ ਦੇ ਅੰਦਰ ਜਾਂ ਪੰਜਾਬ ਦੇ ਅੰਦਰ ਲੱਖਾਂ ਹੀ ਲੋਕ ਇਸ ਲਹਿਰ ਦੇ ਵਿੱਚ ਸਮਾਜ ਜਿਹੜਾ ਕੋਈ ਨਾ ਕੋਈ ਫੈਸਲਾ ਇਦਾਂ ਦਾ ਜ਼ਰੂਰ ਲਵੇਗਾ ਵੀ ਦੇਸ਼ ਦੇ ਅੰਦਰ ਰਾਜ ਭਾਗ ਦੀ ਲੜਾਈ ਨੂੰ ਤੇਜ਼ ਕਰਨ ਲਈ, ਬਹੁਜਨਾਂ ਦਾ ਰਾਜ ਲਿਆਉਣ ਲਈ ਇਕੱਠੇ ਹੋਵਾਂਗੇ। ਸੋ ਇੰਨਾ ਹੀ ਕਹਿੰਦਾ ਹੋਇਆ, ਜੈ ਭੀਮ, ਜੈ ਭਾਰਤ। ਸੋ ਸ਼੍ਰੀ ਸ਼ੰਗਾਰਾ ਰਾਮ ਸੁਹੰਗੜਾ ਜੀ, ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਅੱਜ ਸਮੁੱਚਾ ਬਹੁਜਨ ਸਮਾਜ ਗੜਸ਼ੰਕਰ ਦੇ ਗੁਰੂ ਰਵਿਦਾਸ ਜੀ ਗੁਰਦੁਆਰੇ ਵਿੱਚ ਇਕੱਠਾ ਹੋਇਆ ਹੈ। ਪੰਜਾਬ ਦੇ ਵਿੱਚ ਕਿਤੇ ਵੀ ਕੋਈ ਪ੍ਰੋਗਰਾਮ ਹੋਵੇ, ਸ਼ੰਗਾਰਾ ਰਾਮ ਸੁਹੰਗੜਾ ਜੀ ਦੀ ਤਸਵੀਰ ਹਰ ਸਟੇਜ ਤੇ ਲੱਗਿਆ ਕਰੇਗੀ ਔਰ ਉਹਨਾਂ ਦੇ ਜਿਹੜੇ ਜੈਕਾਰੇ ਆ ਉਹ ਹਮੇਸ਼ਾ ਗੂੰਜਦੇ ਰਹਿਣਗੇ। ਤਾਂ 1992 ਦੇ ਵਿੱਚ ਸਭ ਤੋਂ ਛੋਟੀ ਉਮਰ ਦੇ ਵਾਰ ਵਿਧਾਨ ਸਭਾ ਦਾ ਕਿਉਂਕਿ ਦਰਦ ਇਹ ਹੁਣ ਦਾ ਨਹੀਂ ਹੈ, ਪਿਛਲੀ ਸਦੀ ਦੀ ਗੱਲ ਕੀਤੀ ਜਾਵੇ, ਸਮੇਂ ਦੇ ਮਹਾਤਮਾ ਨੇ, ਬਾਬਾ ਸਾਹਿਬ ਅੰਬੇਡਕਰ ਨੇ, ਸਾਹਿਬ ਕਾਂਸ਼ੀ ਰਾਮ ਜੀ ਹੁਣਾਂ ਨੇ ਇਹ ਦਰਦ ਸਮਾਜ ਦਾ ਆਪਣੇ ਅੰਦਰ ਸਮਾਈ ਰੱਖਿਆ। ਸੋ ਉਸੇ ਦਰਦ ਦੀ ਲਹਿਰ ਨੂੰ ਸੁਹੰਗੜਾ ਸਾਹਿਬ ਨੇ ਆਪਣੀ ਛੋਟੀ ਹੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਕਾਰਨਾਮੇ ਕੀਤੇ ਆ। ਜਿੱਥੇ ਅੱਜ ਦੁੱਖ ਸਾਰੇ ਹੀ ਸੁਹੰਗੜਾ ਪਰਿਵਾਰ ਨੂੰ ਹੈ, ਉੱਥੇ ਹੀ ਦੁੱਖ ਬਹੁਜਨ ਸਮਾਜ ਦੇ ਕ੍ਰਾਂਤੀਕਾਰੀ ਯੋਧਿਆਂ ਨੂੰ, ਹਰ ਤਰ੍ਹਾਂ ਦੇ ਵਰਕਰਾਂ ਨੂੰ ਬਹੁਤ ਜ਼ਿਆਦਾ ਦੁੱਖ ਹੈ। ਇਸੇ ਵੀ ਭਰਾ ਸ਼ਾਮਲ ਹੋਇਆ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ। ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਨਤਾੜਕ ਆਗੂ, ਇੱਕ ਬੇਖੌਫ ਆਵਾਜ਼ ਸ਼ੰਗਾਰਾ ਰਾਮ ਜੀ ਸੁਹੰਗੜਾ, ਜੋ ਕਿ ਸਾਨੂੰ ਪਿਛਲੇ ਦਿਨ ਸਦੀਵੀ ਵਿਛੋੜਾ ਦੇ ਗਏ ਨੇ, ਉਹਨਾਂ ਦੀ ਯਾਦ ਦੇ ਵਿੱਚ ਗੜਸ਼ੰਕਰ ਵਿਖੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਦੇ ਵਿੱਚ ਅੱਜ ਬਹੁਤ ਵੱਡਾ ਜਿਹੜਾ ਸ਼ਰਧਾਂਜਲੀ ਸਮਾਗਮ ਕੀਤਾ ਜਾ ਰਿਹਾ ਹੈ। ਸ਼ੰਗਾਰਾ ਰਾਮ ਸੁਹੰਗੜਾ ਸਾਹਿਬ ਜਿਨ੍ਹਾਂ ਨੇ 2 ਵਾਰ ਵਿਧਾਇਕ ਹੋ ਕੇ ਬਣ ਕੇ ਇੱਥੋਂ ਗੜਸ਼ੰਕਰ ਹਲਕੇ ਦੀ ਨੁਮਾਇੰਦਗੀ ਕੀਤੀ ਆ, ਤੇ ਪਿਛਲੇ ਦਿਨੀ ਸਾਨੂੰ ਸਦੀਵੀ ਵਿਛੋੜਾ ਦੇ ਗਏ। ਅੱਜ ਉਹਨਾਂ ਨੂੰ ਚਾਹੁਣ ਵਾਲੇ, ਉਹਨਾਂ ਦੇ ਵਿਚਾਰਾਂ ਦੇ ਹਾਮੀ ਬਹੁਤ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਏ ਆ। ਮੈਂ ਰੂਪ ਲਾਲ ਤੀਰ, ਇੱਕ ਮਿਸ਼ਨਰੀ ਸਿੰਗਰ, ਮੇਰੇ ਨਾਲ ਤੇ ਬਹੁਤ ਸਮਾਂ ਸ਼ੰਗਾਰਾ ਰਾਮ ਸੁਹੰਗੜਾ ਜੀ ਦਾ ਪਿਆਰ ਮੁਹੱਬਤ ਰਿਹਾ। ਉਹਨਾਂ ਦੇ ਕੋਲੋਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ। ਮੁੱਢਲੇ ਦਿਨਾਂ ਜਦੋਂ ਭੋਜਨ ਲਹਿਰ ਦੇ ਵਾਸਤੇ ਕੰਮ ਕਰ ਲੈਣ ਨਿਤਰੇ ਆ ਤੇ ਔੜ ਗੁਰਪੁਰ ਵਿਖੇ ਸਾਡੇ ਕੋਲ ਅਕਸਰ ਆ ਜਾਇਆ ਕਰਦੇ ਸਨ। ਉਹਨਾਂ ਦੇ ਕੋਲੋਂ ਜ਼ਿੰਦਗੀ ਵਿੱਚ ਬਹੁਤ ਕੁਝ ਸਿੱਖਿਆ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ, ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਵਿਚਾਰਧਾਰਾ ਨੂੰ ਲੈ ਕੇ ਅੱਗੇ ਵਧਿਆ। ਉਹ ਇੱਕ ਬੇਖੌਫ, ਇੱਕ ਫਕਰ ਸਿਆਸਤਦਾਨ ਜਿਹਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ। ਤੇ ਅੱਜ ਉਹਨਾਂ ਦੀ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚ ਕੇ ਮੈਂ ਬੇਗਮਪੁਰਾ ਇੰਟਰਨੈਸ਼ਨਲ ਸੰਗੀਤ ਸੰਸਥਾ ਤੇ ਜਾਗਰਤੀ ਕਲਾ ਕੇਂਦਰ ਔੜ ਦੇ ਸਾਰੇ ਮੈਂਬਰਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਾ ਹਾਂ। ਸ਼ੰਗਾਰਾ ਰਾਮ ਸੁਹੰਗੜਾ ਬਾਰੇ ਕਈ ਵਿਲੱਖਣ ਗੱਲਾਂ ਹਨ। ਉਹਨਾਂ ਵਿੱਚ ਇੱਕ ਤਾਂ ਇਹ ਹੈ ਕਿ ਸ਼ਾਇਦ ਪੰਜਾਬ ਦਾ ਹੋਰ ਕੋਈ ਐਮਐਲਏ 2 ਵਾਰ ਨਹੀਂ ਬਣਿਆ ਬੀਐਸਪੀ ਤੋਂ। ਸ਼ੰਗਾਰਾ ਰਾਮ ਸੁਹੰਗੜਾ ਇੱਕੋ ਇੱਕ ਬੰਦਾ ਜਿਹੜਾ 2 ਵਾਰੀ ਐਮਐਲਏ ਬਣਿਆ। ਨੰਬਰ 2, ਜੋ ਉਹਨਾਂ ਦੇ ਭਾਸ਼ਣ ਵਿੱਚ ਜਾਨ ਸੀ, ਲੋਕਾਂ ਨੂੰ ਕੀਲ ਲੈਂਦੇ ਸਨ। ਨੇਚਰਲੀ ਉਹਨਾਂ ਨੇ ਸਾਹਿਬ ਕਾਂਸ਼ੀ ਰਾਮ ਨੂੰ ਨੇੜਿਓਂ ਦੇਖਿਆ, ਪੜ੍ਹਿਆ, ਸੁਣਿਆ ਔਰ ਅਪਣਾਇਆ ਸੀਗਾ। ਇਸ ਕਰਕੇ ਉਹਦੇ ਲੈਕਚਰ ਦਾ ਕੋਈ ਸਾਨੀ ਨਹੀਂ ਸੀਗਾ। ਇਸ ਤੋਂ ਇਲਾਵਾ ਸ਼ੰਗਾਰਾ ਰਾਮ ਸੁਹੰਗੜਾ ਦਾ ਜਿਹੜਾ ਕੱਦ ਬੋਤਿਆ ਉਹ ਸਾਹਿਬ ਕਾਂਸ਼ੀ ਰਾਮ ਦੀ ਵਿਚਾਰਧਾਰਾ ਦੇ ਮੁਤਾਬਕ ਹੈ। ਸ਼ੰਗਾਰਾ ਰਾਮ ਸੁਹੰਗੜਾ ਜੀ ਦੀ ਅੰਤਮ ਅਰਦਾਸ ਹੈ। ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਅੱਜ ਸਾਰਾ ਸਮਾਜ ਦੁੱਖ ਮਨਾ ਰਿਹਾ। ਉਹਨਾਂ ਦਾ ਵਿਛੋੜਾ ਜਿਹੜਾ ਸਹਿਣਯੋਗ ਨਹੀਂ, ਉਹਦੇ ਵਿਯੋਗ 'ਚ ਸਾਰਾ ਸਮਾਜ। ਪਰ ਮੈਂ ਜਦੋਂ ਮੱਥਾ ਟੇਕਣ ਆਇਆ ਤਾਂ ਉੱਥੇ ਇੱਕ ਲਾਈਨ ਲਿਖੀ ਸੀ ਕਿ ਜਿਹੜੀ ਲਾਈਫ ਆ ਉਹ
ਬੇਸ਼ੱਕ ਜਿੰਨੀ ਮਰੀ ਛੋਟੀ ਹੋਵੇ ਜਾਂ ਲੰਬੀ ਹੋਵੇ, ਉਹਦੀ ਮਹੱਤਤਾ ਤਾਂ ਹੈ ਜੇ ਬੰਦੇ ਨੇ ਕੋਈ ਚੰਗੇ ਕੰਮ ਕੀਤੇ ਹੋਣ। ਬੇਸ਼ੱਕ ਸੁੰਗੜਾ ਸਾਹਿਬ ਸਾਡੇ ਵਿੱਚੋਂ ਬਹੁਤ ਜਲਦੀ ਚਲੇ ਗਏ, ਪਰ ਜੋ ਉਹ ਸਮਾਜ ਨੂੰ ਸੇਧ ਦੇ ਕੇ ਗਏ ਆ, ਜੋ ਸਮਾਜ ਨੂੰ ਉਹ ਇੱਕ ਸੁਨੇਹਾ ਦੇ ਕੇ ਗਏ ਆ, ਮੈਂ ਸਮਝਦਾ ਕਿ ਸਮਾਜ ਨੇ ਉਹ ਤੋਂ ਬਹੁਤ ਕੁਝ ਸਿੱਖਣਾ ਆ। ਔਰ ਜਿੱਥੋਂ ਤੱਕ ਮੇਰਾ ਆਪਣਾ ਸਵਾਲ ਹੈ, ਮੈਂ ਜਿੱਥੇ ਵੀ ਅੱਜ ਪਹੁੰਚਿਆ ਉਹਦੇ ਵਿੱਚ ਸੁੰਗੜਾ ਸਾਹਿਬ ਦਾ ਬਹੁਤ ਵੱਡਾ ਰੋਲ ਰਿਹਾ। ਉਹ ਸਾਨੂੰ ਪੈਰ ਪੈਰ 'ਤੇ, ਬੇਸ਼ੱਕ ਉਮਰ ਸਾਡੇ ਤੋਂ ਛੋਟਾ ਸੀ ਮੇਰੇ ਤੋਂ, ਪਰ ਉਹ ਪੈਰ ਪੈਰ 'ਤੇ ਸਾਨੂੰ ਗਾਈਡ ਕਰਦੇ ਰਹੇ, ਸਾਨੂੰ ਸਮਾਜ ਦੇ ਅੰਦਰ ਚੱਲਣ ਦੀ ਜਾਂਚ ਸਿਖਾਉਂਦੇ ਰਹੇ। ਔਰ ਮੈਂ ਸਮਝਦਾ ਮੇਰੇ ਵਰਗੇ ਅਨੇਕਾਂ ਹੀ ਲੋਕ ਨੇ ਜਿਨ੍ਹਾਂ ਨੇ ਸੁੰਗੜਾ ਸਾਹਿਬ ਤੋਂ ਬਹੁਤ ਕੁਝ ਸਿੱਖਿਆ। ਅੱਜ ਉਹ ਜਿਹੜੀ ਸੋਚ ਸੀ, ਅੱਜ ਸਮਾਜ ਵਾਂਝਾ ਹੋਇਆ। ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਆ ਕਿ ਉਹ ਇਸ ਤਰ੍ਹਾਂ ਦੀ ਸੋਚ ਵਾਲੇ ਲੋਕ ਜਿਹੜੇ ਆ ਉਹਨਾਂ ਨੂੰ ਥੋੜ੍ਹੀ ਲੰਬੀ ਉਮਰ ਦੇਵੇ, ਤਾਂ ਕਿ ਸਮਾਜ ਕਿਸੇ ਪਾਸੇ ਲੱਗ ਸਕੇ ਔਰ ਰਹਿਬਰਾਂ ਦੀ ਜਿਹੜੀ ਸੋਚ ਉਹ 'ਤੇ ਖੜ ਸਕੇ। ਅੰਤ ਦੇ ਵਿੱਚ ਮੈਂ ਆਪਣੇ ਵੱਲੋਂ, ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੀ ਸ਼ਿੰਗਾਰਾ ਰਾਮ ਸੁੰਗੜਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ। ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਸ਼ਿੰਗਾਰਾ ਰਾਮ ਸੁੰਗੜਾ ਜੀ ਸਾਡੇ ਵਿੱਚ ਨਹੀਂ ਰਹੇ। ਕੁਝ ਦਿਨ ਪਹਿਲਾਂ ਸਾਨੂੰ ਵਿਛੋੜਾ ਦੇ ਗਏ ਸੀ। ਅੱਜ ਅਸੀਂ ਸਾਰੇ ਹੀ ਉਹਨਾਂ ਨੂੰ ਯਾਦ ਕਰਨ ਵਾਸਤੇ ਅੰਤਿਮ ਅਰਦਾਸ ਵੇਲੇ ਇੱਥੇ ਇਕੱਠੇ ਹੋਏ ਆ। ਅੱਜ ਬਹੁਤ ਦੁੱਖ ਦੀ ਘੜੀ ਆ। ਸਾਡੇ ਵਿੱਚੋਂ ਬਹੁਤ ਹੀ ਮਜ਼ਬੂਤ ਲੀਡਰ ਉਹ ਵਿਛੋੜਾ ਦੇ ਗਿਆ ਸਾਨੂੰ। ਉਹਦਾ ਜਿਹੜਾ ਘਾਟਾ ਪਰਿਵਾਰ ਨੂੰ ਤਾਂ ਪਿਆ ਹੀ ਪਿਆ, ਲੇਕਿਨ ਪੂਰੇ ਸਮਾਜ ਨੂੰ ਜਿਹੜਾ ਉਹਦਾ ਘਾਟਾ ਪਿਆ ਉਹ ਅਸਹਿਣਯੋਗ ਆ। ਮੈਂ ਇਹੀ ਸਾਰੇ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ, ਸਭ ਨੂੰ, ਕਿ ਜੋ ਉਹਨਾਂ ਦੇ ਵਿਚਾਰ ਸੀ ਅਸੀਂ ਉਹਨਾਂ ਦੇ ਵਿਚਾਰਾਂ ਨੂੰ ਜਿਹੜਾ ਜਿੰਦਾ ਰੱਖੀਏ ਔਰ ਅੱਗੇ ਵਾਸਤੇ ਅਸੀਂ ਉਹਨਾਂ ਦੇ ਜਿਹੜੇ ਪੱਥ ਜਿਹਨਾਂ ਦੇ ਚੱਲਣ ਦੀ ਜਿਹੜੀ ਅਸੀਂ ਕੋਸ਼ਿਸ਼ ਕਰੀਏ। ਜੋ ਉਹਨਾਂ ਦੇ ਵਿਚਾਰ ਸੀ, ਜੋ ਜੁਝਾਰੂਪਨ ਸੀ, ਜੋ ਨਖੀਲਾਪਨ ਸੀ, ਸਾਡੇ ਨੌਜਵਾਨਾਂ ਨੂੰ ਵੀ ਉਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ। ਇਸ ਮੌਕੇ ਦੇ ਉੱਤੇ ਮੈਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਔਰ ਜੈ ਚਾਹੁੰਦਾ ਹਾਂ, ਜੈ ਭੀਮ, ਜੈ ਭਾਰਤ, ਵਾਹਿਗੁਰੂ। ਅੱਜ ਉਹਨਾਂ ਦੀ ਅੰਤਮ ਅਰਦਾਸ ਅਸੀਂ ਇੱਥੇ ਪਹੁੰਚੇ ਹਾਂ ਸ਼ਰਧਾ ਦੇ ਫੁੱਲ ਭੇਟ ਕਰਨ ਲਈ। ਮੈਂ ਸਮਝਦਾ ਕਿ ਉਹਨਾਂ ਦਾ ਜਿਹੜਾ ਮਿਸ਼ਨ ਸੀ, ਦੱਬੇ ਕੁਚਲੇ, ਲਤਾੜੇ, ਪਛਾੜੇ, ਨਿਆਸਰੇ, ਨਗੱਤੇ, ਨਪੱਤੇ, ਨਿਧੇਰੇ, ਨਥਾਵੇਂ ਲੋਕਾਂ ਲਈ ਉਹ ਹਾਲੇ ਮਿਸ਼ਨ ਮੰਜ਼ਿਲ ਤੇ ਨਹੀਂ ਪਹੁੰਚਿਆ। ਸੋ ਅਪੀਲ ਕਰਦੇ ਆ ਸਾਰੇ ਸਮੂਹ ਜਿਹੜੇ ਉਹਨਾਂ ਦੇ ਪੈਰੋਕਾਰ ਨੇ, ਉਹਨਾਂ ਨੂੰ ਮੰਨਣ ਵਾਲੇ ਨੇ, ਕਿ ਉਹਨਾਂ ਦਾ ਅਧੂਰੇ ਮਿਸ਼ਨ ਨੂੰ ਆਪਾਂ ਪੂਰਾ ਕਰੀਏ। ਇਹੀ ਉਹਨਾਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੋਏਗੀ। ਸ਼ਿੰਗਾਰਾ ਰਾਮ ਸੁੰਗੜਾ ਜੀ ਸਾਬਕਾ ਐਮਐਲਏ ਬਹੁਜਨ ਸਮਾਜ ਪਾਰਟੀ, ਇਹਨਾਂ ਦਾ ਪਿਛਲੇ ਦਿਨੀ ਦੇਹਾਂਤ ਹੋ ਗਿਆ ਸੀ। ਉਹ ਸਾਡੇ ਕੋਲੋਂ ਵਿਛੜ ਗਏ ਸੀ। ਅੱਜ ਉਹਨਾਂ ਦੀ ਅੰਤਮ ਅਰਦਾਸ ਹੈ। ਅੱਜ ਪੂਰੇ ਪੰਜਾਬ ਦੇ ਵਿੱਚੋਂ ਨਹੀਂ, ਪੂਰੇ ਦੇਸ਼ ਵਿੱਚੋਂ ਜਿਹੜੇ ਬਹੁਜਨ ਸਮਾਜ ਦੇ ਲੋਕ ਆ, ਵਰਕਰ ਆ, ਉਹਨਾਂ ਨੂੰ ਚਾਹੁਣ ਵਾਲੇ ਆ, ਉਹ ਇੱਥੇ ਪੁੱਜ ਰਹੇ ਆ। ਹਜ਼ਾਰਾਂ ਦੀ ਤਾਦਾਦ ਵਿੱਚ ਵਰਕਰਾਂ ਨੇ ਅੱਜ ਪੁੱਜ ਰਹੇ ਆ। ਪਿੱਛੇ ਵੀ ਬੜਾ ਰਸ਼ ਆ। ਅਸੀਂ ਪਰਮਾਤਮਾ ਅੱਗੇ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਵਾਸਾ ਦੇਣ ਅਤੇ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਕਿਉਂਕਿ ਇਹੋ ਜਿਹੇ ਯੋਧੇ ਸਮਾਜ ਵਿੱਚ ਕਿਤੇ ਕਿਤੇ ਮਿਲਦੇ ਆ। ਇੱਕ ਮਹਾਨ ਯੋਧਾ ਸੀ ਜਿਹਨੇ ਸਮਾਜ ਦੇ ਲਈ ਸੰਘਰਸ਼ ਕੀਤਾ ਔਰ ਉਸ ਸਮੇਂ ਸੰਘਰਸ਼ ਕੀਤਾ ਜਦੋਂ ਕੋਲ ਸਾਈਕਲ ਨਹੀਂ ਹੁੰਦੇ ਸੀ, ਜਦੋਂ ਅੱਤਵਾਦ ਦਾ ਯੁੱਗ ਸੀ। ਉਸ ਵੇਲੇ ਬਹੁਜਨ ਸਮਾਜ ਪਾਰਟੀ ਨੂੰ DS4 ਦੇ ਮਾਧਿਅਮ ਤੋਂ ਤਿਆਰ ਕਰਕੇ ਲੋਕਾਂ ਵਿੱਚ ਲਿਜਾ ਕੇ ਔਰ 2 ਵਾਰੀ ਐਮਐਲਏ ਰਹੇ ਔਰ 2 ਵਾਰੀ ਐਮਐਲਏ ਰਹਿ ਕੇ ਗੜਸ਼ੰਕਰ ਨੂੰ ਇੱਕ ਬਹੁਤ ਵੱਡਾ ਮਾਣ ਪ੍ਰਾਪਤ ਸੀ ਸਰਦਾਰ ਸ਼ਿੰਗਾਰਾ ਸਿੰਘ ਸੁੰਗੜੇ ਦਾ, ਕਿਉਂਕਿ ਉਹ ਇੱਕ ਮਹਾਨ ਕਹਿ ਸਕਦੇ ਹਾਂ ਵੀ ਯੋਧਾ ਸੀ ਜਿਹਨੇ ਆਪਣੇ ਸਮਾਜ ਦੇ ਸੰਘਰਸ਼ ਕਰਕੇ 2 ਵਾਰੀ ਐਮਐਲਏ ਰਹਿਣ ਦਾ ਵੀ ਉਹਨੂੰ ਮਾਣਿਆ। ਔਰ ਪੰਜਾਬ ਵਿੱਚ ਉਦੋਂ ਜਦੋਂ ਕੋਈ ਵੀ ਨਹੀਂ ਬਹੁਜਨ ਸਮਾਜ ਪਾਰਟੀ ਦਾ ਐਮਐਲਏ ਸੀ, ਉਦੋਂ ਇੱਕੋ ਇੱਕ ਐਮਐਲਏ ਸੀ ਸ਼ਿੰਗਾਰਾ ਰਾਮ ਸੁੰਗੜਾ ਜੀ। ਤੇ ਮੈਂ ਵੀ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ। ਜੈ ਸ਼ਿੰਗਾਰਾ ਰਾਮ ਸੁੰਗੜਾ ਜੀ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਐਮਐਲਏ, ਅੱਜ ਜਿਹੜੀ ਉਹਨਾਂ ਦੀ ਅੰਤਮ ਅਰਦਾਸ ਦੇ ਉੱਪਰ ਬਹੁਤ ਸਾਰੀਆਂ ਸੰਗਤਾਂ ਪਹੁੰਚੀਆਂ ਨੇ ਕਿ ਅੱਜ ਬੜੀ ਅੱਜ ਸ਼ਰਧਾਂਜਲੀ ਸਮੇਂ ਮੌਕੇ ਬੜੀ ਅੱਜ ਉਹਨਾਂ ਦੀ ਯਾਦ ਆ ਰਹੀ ਆ ਵੀ ਸ਼ਿੰਗਾਰਾ ਰਾਮ ਸੁੰਗੜਾ ਇੱਕ ਅਨਮੋਲ ਸਮਾਜ ਦੀ ਹੀਰਾ ਸੀਗਾ ਔਰ ਸਮਾਜ ਦੀ ਆਵਾਜ਼ ਸੀਗੀ। ਜਿੱਥੇ ਕਿਤੇ ਸਮਾਜ ਦੀ ਦੁੱਖ ਤਕਲੀਫ ਦੀ ਗੱਲ ਹੁੰਦੀ ਸੀ, ਉਹ ਸਭ ਤੋਂ ਪਹਿਲਾਂ ਜਾ ਕੇ ਉਹ ਸਮਾਜ ਦੀ ਬਾਂਹ ਫੜਦਾ ਸੀ ਔਰ ਲੜਾਈ ਲੜਦਾ ਸੀ।
ਤੇ ਅੱਜ ਸਾਨੂੰ ਬੜਾ ਮਹਿਸੂਸ ਹੋ ਰਿਹਾ ਜਿੱਥੇ ਇਹਦੇ ਜਾਣ ਤੋਂ ਬਾਅਦ ਅੱਜ ਸਾਨੂੰ ਇਹ ਲੱਗਦਾ ਵੀ ਪੰਜਾਬ ਦੇ ਅੰਦਰ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਆਵਾਜ਼ ਸੀਗੀ ਅੱਜ ਉਹ ਸਦਾ ਲਈ ਬੰਦ ਹੋ ਗਈ। ਪਰ ਅਸੀਂ ਉਹਨਾਂ ਨੂੰ, ਸਾਡੀ ਜ਼ਿੰਮੇਵਾਰੀ ਇਹ ਬਣਦੀ ਆ ਕਿ ਅਸੀਂ ਉਹਨਾਂ ਦੀ ਆਵਾਜ਼ ਨੂੰ ਤਾਜ਼ਾ ਰੱਖਣਾ, ਉਹਦੀ ਆਵਾਜ਼ ਨੂੰ ਕਾਇਮ ਰੱਖਣਾ। ਬੇਸ਼ੱਕ ਸਾਡੇ ਤੋਂ ਵਿੱਚੋਂ ਸਰੀਰਕ ਤੌਰ ਤੇ ਚਲ ਗਏ, ਉਹਨਾਂ ਦੀ ਜਿਹੜੀ ਯਾਦ, ਉਹਨਾਂ ਦੀ ਤਸਵੀਰ, ਉਹਨਾਂ ਦੀ ਜਿਹੜੀ ਕ੍ਰਾਂਤੀ ਸੀ ਉਹ ਸਾਡੇ ਵਿੱਚ ਹਮੇਸ਼ਾ ਲਈ ਤਾਜ਼ੀ ਰਹੇਗੀ। ਅੱਜ ਦੀ ਇਸ ਸ਼ਰਧਾਂਜਲੀ ਮੌਕੇ ਤੇ ਮੈਂ ਉਹਨਾਂ ਨੂੰ ਇਹੀ ਸ਼ਰਧਾ ਫੁੱਲ ਕਰਦਾ ਵੀ ਤੁਹਾਡੀ ਯਾਦ ਨੂੰ ਅਸੀਂ ਤਾਜ਼ਾ ਰੱਖਾਂਗੇ ਜਿੰਨਾ ਚਿਰ ਸਾਡੇ ਜ਼ਿੰਦਗੀ ਸਾਹ ਹੈ। ਸ਼ਿੰਗਾਰਾ ਰਾਮ ਸੋਂਗੜਾ ਜੀ ਦੇ ਇਸ ਅੰਤਮ ਅਰਦਾਸ ਦੇ ਵਿੱਚ ਹਾਜ਼ਰ ਹੋਏ ਹਾਂ, ਜੋ ਸਾਨੂੰ ਕੁਝ ਦਿਨਾਂ ਤੋਂ ਵਿਛੋੜਾ ਦੇ ਗਏ ਹਨ। ਤੇ ਇਸ ਦੁੱਖ ਦੀ ਘੜੀ ਦੇ ਵਿੱਚ ਦੂਰ ਦਰਾਡੇ ਤੋਂ ਆਈ ਸਾਧ ਸੰਗਤ ਔਰ ਪਾਰਟੀ ਦੇ ਬਾਰੇ ਸਾਰੇ ਜਿੰਨੇ ਵੀ ਇੱਥੇ ਬੁਲਾਰੇ ਆਏ ਹਨ, ਜਿੱਥੇ ਵੀ ਸਾਧ ਸੰਗਤ ਆਈ ਹੈ, ਜਿੰਨੀ ਵੀ ਆਈ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਪਰ ਉਹਨਾਂ ਦੀ ਪਰਸਨੈਲਿਟੀ ਨੂੰ ਕੋਈ ਜਾਣਦਾ, ਸਾਡੇ ਤਾਂ ਬਹੁਤ ਹੀ ਉਹ ਨੇੜੇ ਤੋਂ ਸੀ, ਕਿਉਂਕਿ ਮੈਂ ਉਹਨਾਂ ਨੂੰ ਬਹੁਤ ਹੀ ਨੇੜੇ ਤੋਂ ਜਾਣਿਆ ਹੈ। ਤਾਂ ਇਸ ਕਰਕੇ ਮੈਂ ਉਹਨਾਂ ਦੇ ਸੰਬੰਧ ਦੇ ਵਿੱਚ ਦੋ ਸ਼ਬਦ ਕਹੂੰਗਾ ਕਿ ਇਹੋ ਜਿਹੇ ਜੁਝਾਰੂ, ਇਹੋ ਜਿਹੇ ਨਿਤੜਕ, ਇਹੋ ਜਿਹੇ ਬੇਪਰਵਾਹ ਔਰ ਫੌਲਾਦ ਦੀ ਤਰ੍ਹਾਂ ਕੰਮ ਕਰਨ ਵਾਲੇ ਸਾਡੇ ਸ਼ਿੰਗਾਰਾ ਰਾਮ ਸੋਂਗੜਾ ਜੀ ਅੱਜ ਸਾਨੂੰ ਸਦੀਵੀ ਵਿਛੋੜਾ ਦੇ ਕੇ ਚਲੇ ਗਏ ਹਨ। ਉਹਨਾਂ ਦਾ ਕੈਰੀਅਰ ਜੋ ਹੈ ਉਹ BAM ਕਾਲਜ ਗੜਸ਼ੰਕਰ ਤੋਂ ਸ਼ੁਰੂ ਹੋਇਆ ਤੇ ਫਿਰ ਉਹ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੀ ਨੁਮਾਇੰਦਗੀ ਦੇ ਅੰਦਰ, ਸੁਪਰਵਿਜ਼ਨ ਦੇ ਅੰਦਰ ਉਹ ਇਸ ਪੋਲੀਟਿਕਸ ਨਾਲ ਜੁੜੇ। ਸੋ ਉਸ ਤੋਂ ਉਹਨਾਂ ਦਾ ਕੈਰੀਅਰ ਸ਼ੁਰੂ ਹੋ ਗਿਆ, ਕਿਉਂਕਿ ਉਹਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਕੌਣ ਸੀ? ਉਸ ਸਮੇਂ ਦੇ ਬੰਦੇ ਸੀ ਹਰਭਜਨ ਸਿੰਘ ਲਾਖਾ ਜੀ, ਸਤਨਾਮ ਸਿੰਘ ਕੈਂਸੀ। ਹਰਭਜਨ ਸਿੰਘ ਲਾਖਾ ਜੀ ਉਸ ਵੇਲੇ MLA ਵੀ ਸੀ ਤੇ ਸਤਨਾਮ ਸਿੰਘ ਕਹਿੰਦੇ DS4 ਦੇ ਪ੍ਰਧਾਨ ਸੀ। ਉਹਨਾਂ ਤੋਂ ਬਹੁਤ ਹੀ ਪ੍ਰਭਾਵਿਤ ਹੋਏ ਤਾਂ ਉਹਨਾਂ ਨੇ ਇਹਨਾਂ ਦੇ ਨਾਲ ਆਪਣੇ ਆਪ ਨੂੰ ਜੋੜਿਆ, ਫਿਰ ਪਿੱਛਾ ਮੁੜ ਕੇ ਨਹੀਂ ਦੇਖਿਆ। ਉਹਨਾਂ ਦਾ ਜੋ ਕੈਰੀਅਰ ਸੀ ਉਹਦੇ ਬਾਰੇ ਅਗਰ ਮੈਂ ਦੱਸਾਂ ਤਾਂ ਸਮਾਂ ਹੈ ਨਹੀਂ, ਤੇ ਜੋ ਕੁਛ ਉਹ ਕਰ ਗਏ ਕੋਈ ਨਹੀਂ ਕਰ ਸਕਦਾ। ਅੱਜ ਆਪਾਂ ਮਹਾਨ ਆਤਮਾ ਸਾਬਕਾ MLA ਸ਼ਿੰਗਾਰਾ ਰਾਮ ਸੋਂਗੜਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਆਏ ਆ। ਸ਼ਿੰਗਾਰਾ ਰਾਮ ਸੋਂਗੜਾ ਜੀ ਇਸ ਗੜਸ਼ੰਕਰ ਹਲਕੇ 'ਚੋਂ 2 ਵਾਰੀ ਪੰਜਾਬ ਵਿਧਾਨ ਸਭਾ ਵਾਸਤੇ ਚੁਣੇ ਗਏ, ਜਿਨ੍ਹਾਂ ਨੇ ਪੂਰੇ 10 ਸਾਲ ਵਿਧਾਨ ਸਭਾ ਦੇ ਵਿੱਚ ਜਾ ਕੇ ਇਸ ਹਲਕੇ ਦੇ ਜਿਹੜੇ ਮਸਲੇ ਆ ਉਹ ਬਾਖੂਬੀ ਦੇ ਨਾਲ ਉਠਾਏ ਆ। ਤੇ ਸ਼ਿੰਗਾਰਾ ਰਾਮ ਸੋਂਗੜਾ ਜੀ ਜਿੱਥੇ ਜਬਰ ਜ਼ੁਲਮ ਦੇ ਖਿਲਾਫ ਖੜਨ ਵਾਲੇ ਇਨਸਾਨ ਸਨ, ਹਮੇਸ਼ਾ ਉਹਨਾਂ ਨੇ ਗਰੀਬਾਂ ਦੀ ਬਾਹ ਫੜੀ ਆ, ਹਮੇਸ਼ਾ ਉਹ ਸੰਘਰਸ਼ੀਲ ਇਨਸਾਨ ਸਨ। ਸਾਨੂੰ ਉਹਨਾਂ ਤੋਂ ਕੁਝ ਨਾ ਕੁਝ ਜ਼ਰੂਰ ਸਿੱਖਣਾ ਚਾਹੀਦਾ। ਇਸ ਕਰਕੇ ਸ਼ਿੰਗਾਰਾ ਰਾਮ ਸੋਂਗੜਾ ਜੀ 2 ਵਾਰੀ MLA ਬਣੇ ਆ ਤੇ ਹਾਲੇ ਤੱਕ ਉਹਨਾਂ ਕੋ ਆਪਣਾ ਸਿਰ ਢੱਕਣ ਵਾਸਤੇ ਘਰ ਨਹੀਂ ਸੀ, ਪਰ ਅੱਜ ਪਾਰਟੀ ਦੇ ਵਿੱਚ ਅਹੁਦਾ ਵੀ ਲੈ ਲੈਂਦੇ ਤਾਂ ਉਹ ਵੀ ਆ ਕੇ ਕੁਝ ਨਾ ਕੁਝ ਜ਼ਰੂਰ ਬਣਾਉਂਦੇ ਆ। ਵਿਧਾਇਕ ਬਣਨ ਦੀ ਤਾਂ ਬਹੁਤ ਦੂਰ ਦੀ ਗੱਲ ਆ। ਇਸ ਕਰਕੇ ਸਾਨੂੰ ਸ਼ਿੰਗਾਰਾ ਰਾਮ ਸੋਂਗੜਾ ਜੀ ਨੇ ਜੋ ਉਹ ਪੂਰਨੇ ਪਾ ਕੇ ਗਏ ਆ, ਉਹਨਾਂ ਤੋਂ ਸੇਧ ਲੈਣੀ ਚਾਹੀਦੀ ਆ। ਮੈਂ ਗੁਰੂ ਦੇ ਚਰਨਾਂ 'ਤੇ ਕਾਮਨਾ ਕਰਦਾ ਸੱਚੇ ਪਾਤਸ਼ਾਹ ਸ਼ਿੰਗਾਰਾ ਰਾਮ ਸੋਂਗੜਾ ਜੀ ਨੂੰ ਸਵਰਗਾਂ ਦੇ ਵਿੱਚ ਵਾਸਾ ਦੇਣਾ। ਸਾਰੀਆਂ ਸੰਗਤਾਂ 2 ਮਿੰਟ ਰਲ ਮਿਲ ਕੇ ਨਾਮ ਸਾਹਿਬ ਦਾ ਜਾਪ ਕਰੀਏ। ਉਸ ਤੋਂ ਉਪਰੰਤ ਅਸੀਂ ਕਿਸ ਮਕਸਦ ਦੇ ਵਾਸਤੇ ਆਏ ਹਾਂ, ਕਿਸੇ ਦੇ ਹੱਕ ਦੇ ਵਿੱਚ ਅਰਦਾਸ ਕਰਨੀ, ਦੁਆ ਕਰਨੀ ਇੱਕ ਬਹੁਤ ਵੱਡਾ ਮਹਾਤਮ ਹੈ। ਅਸੀਂ ਸੰਗਤ ਦੇ ਰੂਪ ਦੇ ਵਿੱਚ ਅੱਜ ਜੋ ਕਾਰਜ ਆਤਮਾ ਵਿਛੜ ਚੁੱਕੀ ਹੈ, ਇਹੋ ਅਰਦਾਸ ਕਰਨੀ ਹੈ ਵਾਹਿਗੁਰੂ ਕਾਲਪੁਰਖ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਜੋ ਆਤਮਾ ਵਿਛੜ ਚੁੱਕੀ ਹੈ, ਦੇਸ਼ ਕੌਮ ਦੀ ਸੇਵਾ ਕਰਦੇ ਆਪ ਦੇ ਚਰਨਾਂ ਵਿੱਚ ਉਹਦੀ ਹਮੇਸ਼ਾ ਕਿਰਪਾ ਕਰਕੇ ਮੇਰਾ ਵਾਹਿਗੁਰੂ ਬੋਲਣਾ ਬਹੁਤ ਖੁਦ ਸੀ। ਕਈ ਕੁਝ ਕਿਹਾ ਜਾਂਦਾ ਜੋ ਹੋ ਰਿਹਾ ਉਹ ਕਿਸੇ ਮਾਤਾ ਦਾ ਮੈਂ ਕਿਸੇ ਨਾਲ
ਦਿਹਾੜੇ ਤੇ ਆਪਾਂ ਸਾਰੇ ਜਿਹੜੇ ਇਸ ਧਰਤੀ ਤੇ ਅਸੀਂ ਲੋਕ ਹੈਗੇ ਹੈ ਅੱਜ ਇੱਥੇ ਭਾਈ ਜਗਾਰਾ ਰਾਮ ਜੀ ਦੇ ਭੋਗ ਦੇ ਉੱਤੇ ਜੁੜੇ ਹੋਏ ਸਾਡੇ ਸੰਬੰਧ ਇਹਨਾਂ ਨਾਲ ਬਹੁਤ ਪੁਰਾਣੀ ਹੈ ਜੋ ਕਰਕੇ ਜਨਤਾ ਜੀ ਤੇ ਸਾਡੀ ਪਾਰਟੀ ਨੇ ਇਕੱਠੇ ਹੋ ਕੇ ਇਲੈਕਸ਼ਨ ਲੜੇ ਸੀਗੇ ਔਰ ਪਹਿਲੀ ਵਾਰੀ ਪਾਰਲੀਮੈਂਟ ਦੇ ਵਿੱਚ ਬੀਐਸਪੀ ਦੇ ਨੁਮਾਇੰਦੇ ਗਏ ਸੀਗੇ ਬਾਬੂ ਕਾਲਜੀ ਰਾਮ ਜੀ ਦੇ ਨਾਲ ਸਾਡੇ ਖਾਸ ਰਿਸ਼ਤਾ ਸੀ ਜਦੋਂ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਪੁੱਛਿਆ ਗਿਆ ਕਿ ਤੁਹਾਡਾ ਪਾਰਟੀ ਦਾ ਮੈਨੀਫੈਸਟੋ ਕੀ ਹੈ ਕਾਲਜੀ ਰਾਮ ਜੀ ਨੇ ਕਿਹਾ ਸਾਡੀ ਪਾਰਟੀ ਦਾ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਹੈ। ਸੋ ਸਾਧ ਸੰਗਤ ਜੀ ਅਸੀਂ ਇੱਕੋ ਹੈਗੇ ਹਾਂ ਕਿ ਜਗਾਰਾ ਰਾਮ ਜੀ ਦੇ ਨਾਲ ਜੋ ਸਰਕਾਰ ਨੇ ਗਲਤੀਆਂ ਕੀਤੀਆਂ ਤੇ ਜਿਹੜੇ ਤਕੜੇ ਹੋ ਕੇ ਆਪਣੇ ਹੱਕਾਂ ਦੇ ਲਈ ਲੜਦੇ ਰਹੇ ਹੈ ਜਿਹੜਾ ਦੇਸ਼ ਇੰਨਾ ਮੇਰੇ ਨਾਲ ਕਰਤਾ ਅਸੀਂ ਬਹੁਤ ਸਰਕਾਰ ਨੂੰ ਕਿਹਾ ਕਿ ਇਹ ਸ਼ੁਗਰ ਦੇ ਮਰੀਜ਼ ਹੈਗੇ ਹੈ ਇਹਨਾਂ ਦਾ ਇਲਾਜ ਪੀਜੀਆਈ ਦੇ ਵਿੱਚ ਕਰਾਇਆ ਜਾਵੇ ਜਾਂ ਹੋਰ ਚੰਗੇ ਹਸਪਤਾਲ ਕਰਾਇਆ ਜਾਵੇ ਜੇਲ੍ਹ 'ਚ ਨਾ ਰੱਖਿਆ ਜਾਵੇ ਪਰ ਜਦ ਤੇ ਜੇਲ੍ਹ ਗਏ ਹੈ ਉਦੋਂ ਤੋਂ ਇਹ ਕਮਜ਼ੋਰ ਤੇ ਕਮਜ਼ੋਰ ਹੁੰਦੇ ਗਏ ਸਾਨੂੰ ਅਸੀਂ ਇਹਨਾਂ ਦੀ ਸੋਚ ਦਾ ਪੂਰਾ ਹਿੱਸਾ ਵੀ ਚੱਕਿਆ ਤੇ ਬਦਾਮ ਵੀ ਕੀਤੀ ਜਦੋਂ ਕੀਤੀ ਜੋ ਕਰਕੇ ਸੱਚ ਦੇ ਉੱਤੇ ਹਮੇਸ਼ਾ ਚੱਲਦੇ ਸੀਗੇ ਜਿਹੜੇ ਲੋਕਾਂ ਨੇ ਇਹਨਾਂ ਦੇ ਉੱਤੇ ਝੂਠਾ ਮੁਕੱਦਮਾ ਕਰਤਾ ਉਹ ਬਿਲਕੁਲ ਅੱਜ ਦੇ ਇਤਿਹਾਸ ਦੇ ਵਿੱਚ ਮਨੁੱਖ ਸਮ੍ਰਿਤੀ ਦਾ ਜ਼ਿਕਰ ਆਉਂਦਾ ਹੈ ਜੇ ਕੋਈ ਮਨੁੱਖ ਸਮ੍ਰਿਤੀ ਦੇ ਖਿਲਾਫ ਕੋਈ ਬੋਲਦਾ ਹੈ ਜਿਸਕੇ ਤਹਿਤ ਸਾਡੇ ਲੋਕਾਂ ਦੇ ਉੱਤੇ ਬਹੁਤ ਜ਼ੁਲਮ ਹੋਏ ਹੈ ਸਦੀਆਂ ਤੋਂ ਤੇ ਫਿਰ ਇਹ ਲੋਕ ਕਿਸੇ ਕਾਨੂੰਨ ਦਾ ਸਹਾਰਾ ਲੈ ਕੇ ਸਾਡੇ ਬੰਦਿਆਂ ਨੂੰ ਜੇਲ੍ਹਾਂ ਦੇ ਵਿੱਚ ਦੇ ਕੇ ਔਰ ਵਾਹਿਗੁਰੂ ਦੀ ਨਿੰਦ ਕਰੀ ਜਾਂਦੇ ਇਸੇ ਤਰ੍ਹਾਂ ਜਿਵੇਂ ਜਗਾਰਾ ਰਾਮ ਜੀ ਦੇ ਨਾਲ ਹੋਇਆ ਅਸੀਂ ਕਾਂਗਰਸ ਪਾਰਟੀ ਦੇ ਨਹੀਂ ਹੈਗੇ ਪਰ ਸਰਦਾਰ ਕਰਨਜੀਤ ਸਿੰਘ ਚੰਨੀ ਨੂੰ ਜਿਵੇਂ ਜਲੰਧਰ ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਥੀ ਉਹਨਾਂ ਦੀ ਪੁੱਛਗਿੱਛ ਕੀਤੀ ਸਰੀਰ ਕੀਤਾ ਮੈਂ ਸਮਝਦਾ ਕਿ ਇਹ ਬਹੁਤ ਅਨਿਆਏ ਹੈ ਸਰਕਾਰ ਦਾ ਜੋ ਕਰਕੇ ਚੰਨੀ ਜੀ ਪ੍ਰਾਈਮ ਮਿਨਿਸਟਰ ਮੋਦੀ ਨੂੰ ਬਠਿੰਡੇ ਲੈਣ ਨਹੀਂ ਸੀਗੇ ਇਹ ਪਹਿਲੀ ਵਾਰੀ ਹੈ ਸਾਡੇ ਇਤਿਹਾਸ ਦੇ ਵਿੱਚ ਕਿ ਕੋਈ ਵੀ ਚੀਫ ਮਿਨਿਸਟਰ ਪ੍ਰਾਈਮ ਮਿਨਿਸਟਰ ਨੂੰ ਜਦੋਂ ਪੰਜਾਬ 'ਚ ਆਇਆ ਉਸ ਨੂੰ ਲੈਣ ਨਹੀਂ ਗਏ ਉਹਦੇ ਤੇ ਰੋਸ ਸੀ ਤੇ ਉਹਨਾਂ ਦੇ ਨਾਲ ਮੈਂ ਕੱਢਿਆ ਕਿ ਚੰਨੀ ਜੀ ਨੂੰ ਬੁਲਾ ਲਿਆ ਹੁਣ ਚੰਨੀ ਜੀ ਚੀਫ ਮਿਨਿਸਟਰ ਹੈ ਚੀਫ ਮਿਨਿਸਟਰ ਦੇ ਕੋਲੇ ਅਰਬਾਂ ਕਰੋੜਾਂ ਰੁਪਏ ਦੇ ਕੰਟਰੈਕਟ ਆਉਂਦੇ ਹੈ ਜਿੰਨੇ ਮਰਜ਼ੀ ਕੱਪੜੇ ਵਿੱਚ ਵੜ ਕੇ ਉਹ ਲੈ ਸਕਦਾ ਹੈਗਾ ਪਰ ਉਹਨਾਂ ਦੇ ਉੱਤੇ ਇਲਜ਼ਾਮ ਲਾ ਦੇਣਾ ਕਿ ਤੁਹਾਡਾ ਰਿਸ਼ਤੇਦਾਰ ਬਦਲੀ ਤੇ ਰੇਂਜ ਦੀ ਚੋਰੀ ਕਰਦਾ ਸੀਗਾ ਤੇ ਅਫਸਰਾਂ ਨੂੰ ਬਦਲਾਉਂਦਾ ਸੀ ਪੈਸੇ ਦੇ ਕੇ ਜੇ ਚੰਨੀ ਜੀ ਨੂੰ ਸੈਂਟਰ ਦੀ ਸਰਕਾਰ ਨੇ ਬੁਲਾਇਆ ਫਿਰ ਉਹਨਾਂ ਨੂੰ ਪਤਾ ਹੈਗਾ ਕਿ ਜਿਹੜੇ ਅਫਸਰ ਜਿਨ੍ਹਾਂ ਦੇ ਨਾਮ ਆਉਂਦੇ ਹੈ ਕਿ ਇਹ ਪੈਸੇ ਦੇ ਕੇ ਆਪਣੀ ਤਬਾਦਲੀ ਕਰਾਉਂਦੇ ਸੀਗੇ ਜਿਹੜਾ ਰਿਸ਼ਵਤ ਲੈਂਦਾ ਦੋਨੋਂ
ਕਸੂਰਵਾਰ ਹੈਗੇ ਹੈ ਕਾਨੂੰਨ ਦੇ ਅੱਗੇ। ਫਿਰ ਅਜੇ ਤੱਕ ਅਫਸਰਾਂ ਨੂੰ ਵੀ ਫੜਿਆ, ਚੰਨੀ ਜੀ ਨੂੰ ਪਹਿਲਾਂ ਜੋ ਫੜ ਕੇ ਅੰਦਰ ਉਹਨਾਂ ਨੂੰ ਦਲੀਲ ਕੀਤਾ। ਇਹੋ ਜਿਹਾ ਜਿਹੜਾ ਕੰਮ ਹੈ ਇਹ ਅਸੀਂ ਬਰਦਾਸ਼ਤ ਤੋਂ ਦੂਰ ਹੈਗਾ। ਅਸੀਂ ਬਿਲਕੁਲ ਸ਼ਰਮਿੰਦਗੀ ਹੈ ਕਿ ਜਿਹੜੇ ਚੀਫ ਮਿਨਿਸਟਰਾਂ ਨੇ ਇੰਨੀ ਕਰਪਸ਼ਨ ਤੇ ਹੇਰਾਫੇਰੀ ਕੀਤੀ ਹੈ ਉਹਨਾਂ ਨੂੰ ਕਦੇ ਬੁਲਾਇਆ ਨਹੀਂ। ਤੇ ਚੰਨੀ ਜੀ 4 ਮਹੀਨੇ ਬੜਾ ਸੋਹਣਾ ਇੰਤਜ਼ਾਮ ਕਰਕੇ ਗਏ ਹੈ। ਬਰਗਾੜੀ ਦੇ ਕਾਤਲਾਂ ਨੂੰ ਉਹਨਾਂ ਨੂੰ ਵੀ ਸੈਣੀ ਨੂੰ ਗ੍ਰਿਫਤਾਰ ਕੀਤਾ, ਸਾਰਾ ਕੁਝ ਕੀਤਾ, ਪਰ ਉਸ ਦੇ ਬਾਵਜੂਦ ਉਹਨਾਂ ਨੂੰ ਦਲੀਲ ਕਰਨਾ, ਸ਼ੰਗਾਰਾ ਸਿੰਘ ਸਾਹਿਬ ਨੂੰ ਦਲੀਲ ਕਰਨਾ, ਗ੍ਰਿਫਤਾਰ ਕਰਨਾ, ਜੇਲ੍ਹ ਦੇ ਵਿੱਚ ਰੱਖਣਾ। ਮੈਂ ਸਮਝਦਾ ਕਿ ਹੁਣ ਵਕਤ ਆ ਗਿਆ ਆਪਾਂ ਇੱਕ ਆਵਾਜ਼ ਉਠਾਈਏ ਜੋ ਇਹ ਸੈਂਟਰ ਦੀਆਂ ਸਰਕਾਰਾਂ ਕਰ ਰਹੀਆਂ ਸਾਡੇ ਖਿਲਾਫ। ਇਹਦੇ ਬਾਰੇ ਆਪਾਂ ਨੂੰ ਇਕਜੁੱਟ ਹੋ ਕੇ ਖੜੇ ਹੋਣਾ ਪਊਗਾ। ਤਾਂ ਮੈਂ ਬੜੇ ਅਫਸੋਸ ਦੇ ਨਾਲ ਅੱਜ ਅਸੀਂ ਸਾਬਕਾ ਸ਼ੰਗਾਰਾ ਰਾਮ ਜੀ ਦੇ ਵੱਡੇ ਲੇਖੇ ਨੂੰ ਕਮਲ ਜਗਮੀਤ ਸਿੰਘ ਜੀ ਨੂੰ ਪੜ੍ਹਾਇਆ ਤੇ ਸਾਡੇ ਵੱਲੋਂ ਅਸੀਂ ਪੂਰੀ ਇਹਨਾਂ ਦੇ ਨਾਲ ਹਮੇਸ਼ਾ ਖੜੇ ਰਹਾਂਗੇ। ਤੁਹਾਡਾ ਬੀਬੀਆਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਹੁੰਦਾ ਹੋਇਆ। ਔਰ ਸਾਡੇ ਜਨਰਲ ਸੈਕਟਰੀ ਇਹਨਾਂ ਨੇ ਵੀ ਬਹੁਤ ਕੁਝ ਇਸ ਪਰਿਵਾਰ ਲਈ ਕੀਤਾ ਤੇ ਉਹਦੇ ਤੋਂ ਅਸੀਂ ਕਰਦੇ ਰਹਾਂਗੇ। ਸੋ ਇਹਨਾਂ ਸ਼ਬਦਾਂ ਦੇ ਨਾਲ ਆਪ ਤੋਂ ਮੰਗਦੇ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੰਗਾਰਾ ਰਾਮ ਸੁਹੰਗੜਾ ਮੇਰੇ ਨਾਲ ਦੇ ਬੈਠੇ ਸਾਰੀਆਂ ਯਾਦਾਂ ਇੱਕ ਪਿਕਚਰ ਦੇ ਰੂਪ ਦੇ ਵਿੱਚ ਵਾਸ ਹੋ ਗਈਆਂ ਨੇ। ਚੀਫ ਵਿਪ ਸੀ ਸਾਡੇ ਸੈਕਟਰੀ ਦੇ ਅੰਦਰ ਸਾਡੇ ਗਰੁੱਪ ਦੇ ਜਿਹੜੀ ਉਹਨਾਂ ਨੇ ਆਵਾਜ਼ ਬੁਲੰਦ ਕੀਤੀ, ਚਾਹੇ ਉਹ ਸੈਕਟਰੀ ਦੇ ਅੰਦਰ ਹੋਵੇ, ਚਾਹੇ ਪਿਛਲਾ ਇਤਿਹਾਸ ਬਾਬੂ ਰਾਮ ਇਹ ਸ਼ੰਗਾਰਾ ਰਾਮ ਜੀ ਨੇ ਤਾਂ ਜੀ ਬਹੁਤ ਸੰਘਰਸ਼ ਲੋਕਾਂ ਦੇ ਲਈ ਕੀਤਾ ਹੈਗਾ, ਖਾਸ ਕਰਕੇ ਗਰੀਬਾਂ ਦੇ ਲਈ ਜਿਨ੍ਹਾਂ ਦੀ ਆਵਾਜ਼ ਪਿੰਡ ਤੋਂ ਬਾਹਰ ਨਿਕਲਦੀ। ਇਹਨਾਂ ਨੇ ਸਾਡੀ ਸਾਰਿਆਂ ਦੀ ਆਵਾਜ਼ ਸਾਰੀ ਦੁਨੀਆ ਦੇ ਵਿੱਚ ਭੇਜੀ ਹੈ। ਕਿਉਂ ਕਰਕੇ ਇਹਨਾਂ ਨੇ ਜਿਹੜਾ ਜਾਤ ਪਾਤ ਦਾ ਸਾਡੇ ਉੱਤੇ ਇੱਕ ਹੱਥਕੜੀ ਲੱਗੀ ਹੋਈ ਹੈ ਉਸ ਨੂੰ ਤੋੜਿਆ। ਉਹਦੀ ਵਜ੍ਹਾ ਦੇ ਨਾਲ ਜਿਹੜੇ ਕੱਟੜਵਾਦੀ ਲੋਕ ਸੀ ਇਹਨਾਂ ਦੇ ਉੱਤੇ ਝੂਠੇ ਮੁਕੱਦਮੇ ਕਰਾਏ, ਜੇਲ੍ਹ ਦੇ ਵਿੱਚ ਭੇਜਿਆ। ਜੇਲ੍ਹ ਦੇ ਵਿੱਚ ਸਰਕਾਰ ਨੇ ਪੂਰੀ ਤਰ੍ਹਾਂ ਇਹਨਾਂ ਦੀ ਮੈਡੀਕਲ ਏਡ ਨਹੀਂ ਦਿੱਤੀ ਤੇ ਹੌਲੀ ਹੌਲੀ ਇਹ ਤੜਫਦੇ ਇਸ ਸਾਨੂੰ ਛੱਡ ਕੇ ਚਲੇ ਗਏ ਹੈ। ਅਸੀਂ ਇਹਨਾਂ ਦੇ ਪਰਿਵਾਰ ਨਾਲ ਸਦਾ ਖੜਾ ਰਹਾਂਗੇ। ਜਿਵੇਂ ਵੀ ਇਹਨਾਂ ਦੇ ਬੱਚੇ ਕਹਿਣਗੇ, ਬੀਬੀ ਜੀ ਕਹਿਣਗੇ, ਅਸੀਂ ਸਦਾ ਇਹਨਾਂ ਦੇ ਨਾਲ ਹੈ। ਤੇ ਜੇ ਆਪਾਂ ਗੱਲ ਕਰੀਏ ਕਿ ਜਾਤ ਪਾਤ ਦੀ, ਅਸੀਂ ਇਹ ਵੀ ਕਰਨਾ ਚਾਹੁੰਦੇ ਹਾਂ ਕਿ ਸਾਡੇ ਚੀਫ ਮਿਨਿਸਟਰ ਚੰਨੀ ਜੀ ਰਹੇ ਹੈ, ਉਹ ਚੀਫ ਮਿਨਿਸਟਰ ਸੀਗੇ। ਜੇ ਉਹਨਾਂ ਨੇ ਪੈਸੇ ਲੈਣੇ ਹੁੰਦੇ ਤਾਂ ਉਹਨਾਂ ਦੇ ਕੋਲੇ ਕਰੋੜਾਂ ਅਰਬਾਂ ਰੁਪਏ ਦੇ ਕੰਟਰੈਕਟ ਆਉਂਦੇ ਸੀਗੇ। ਚੁੱਪ ਕਰਕੇ ਇੱਕ ਕਮਰੇ ਦੇ ਵਿੱਚ ਉਹ ਸੌਦਾ ਪੱਤਾ ਕਰ ਸਕਦੇ ਸੀਗੇ। ਫਿਰ ਉਹਨਾਂ ਨੇ ਰੇਤੇ ਦੇ ਵਿੱਚ ਤੇ ਬਜਰੀ ਦੇ ਸਕੈਂਡਲ ਦੇ ਵਿੱਚ ਉਹਨਾਂ ਨੇ ਦਖਲਅੰਦਾਜ਼ੀ ਕਾਹਦੇ ਲਈ ਦੇਣੀ ਸੀਗੀ। ਮੈਨੂੰ ਸਮਝ ਨਹੀਂ ਆਉਂਦੀ ਕਿ ਉਹਨਾਂ ਦੇ ਰਿਸ਼ਤੇਦਾਰ ਦੇ ਉੱਤੇ ਇਲਜ਼ਾਮ ਲੱਗਿਆ, ਪਰ ਚੰਨੀ ਜੀ ਦਾ ਕੋਈ ਕਸੂਰ ਉਹਦੇ ਵਿੱਚ ਨਹੀਂ ਹੈਗਾ। ਤੇ ਜੇ ਕਸੂਰਵਾਰ ਅਫਸਰ ਵੀ ਹੈਗੇ ਹੈ ਜਿਨ੍ਹਾਂ ਨੇ ਵੱਡੀਆਂ ਦਿੱਤੀਆਂ, ਜਿਨ੍ਹਾਂ ਨੇ ਮੰਗੀਆਂ, ਇਹ ਦੋਨੋਂ ਕਾਨੂੰਨ ਦੇ ਅੱਗੇ ਕਸੂਰਵਾਰ ਰਹੇ, ਦੇਣ ਵਾਲੇ ਵੀ ਤੇ ਲੈਣ ਵਾਲੇ ਵੀ। ਫਿਰ ਇਹ ਜਿਹੜਾ ਈਡੀ ਹੈ ਇਸ ਨੇ ਅਫਸਰਾਂ ਨੂੰ ਕਿਉਂ ਨਹੀਂ ਅਜੇ ਪੁੱਛਗਿੱਛ ਕੀਤੀ, ਕਿਉਂ ਨਹੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੇ ਰਿਸ਼ਵਤਾਂ ਮੰਗੀਆਂ ਤੇ ਜਿਨ੍ਹਾਂ ਨੇ ਦਿੱਤੀਆਂ। ਇਹਦੇ ਵਿੱਚ ਚੰਨੀ ਜੀ ਦਾ ਕੀ ਕਸੂਰ ਹੈ? ਸੋ ਮੈਂ ਸਮਝਦਾ ਕਿ ਸਾਡੇ ਗਰੀਬ ਲੋਕਾਂ ਦੇ ਨਾਲ
ਅਜੇ ਵੀ ਇਹ ਬੀਜੇਪੀ ਸਾਡੇ ਉੱਤੇ ਜ਼ਬਰ ਕਰ ਰਹੀ ਹੈ। ਚੰਨੀ ਜੀ ਦਾ ਕਸੂਰ ਇਹ ਹੈ ਕਿ ਚੀਫ ਮਿਨਿਸਟਰ ਜਦੋਂ ਪ੍ਰਾਈਮ ਮਿਨਿਸਟਰ ਬਠਿੰਡੇ ਆਏ ਹੈ ਉਹਨਾਂ ਦਾ ਸਵਾਗਤ ਕਰਨ ਲਈ ਗਏ। ਇਹ ਪਹਿਲੇ ਚੀਫ ਮਿਨਿਸਟਰ ਹੈ ਪੰਜਾਬ ਦੇ ਜਿਨ੍ਹਾਂ ਨੇ ਪ੍ਰਾਈਮ ਮਿਨਿਸਟਰ ਜਦੋਂ ਪੰਜਾਬ ਆਇਆ ਇਹਨਾਂ ਨੇ ਸਵਾਗਤ ਨਹੀਂ ਕੀਤਾ ਹੈਗਾ। ਕਿੱਡੀ ਇਹਨਾਂ ਨੇ ਆਪਣੀ ਇੱਜ਼ਤ ਰੱਖੀ ਹੈ ਕਿ ਕਿਸੇ ਇਹੋ ਜਿਹੇ ਜਾਤ ਪਾਤ ਦੇ ਨਾਲ ਲੱਦੇ ਹੋਏ ਪ੍ਰਾਈਮ ਮਿਨਿਸਟਰ ਦੇ ਕੋਲੇ ਉਹਦੀ ਆਓ ਭਗਤ ਨਹੀਂ ਕਰਨਗੇ। ਇਸ ਕਰਕੇ ਇਹਨਾਂ ਦੇ ਉੱਤੇ ਸਾਰਾ ਨਜ਼ਰਾ ਸੈਂਟਰ ਦਾ ਡਿੱਗਿਆ। ਮਾਨ ਸਾਹਿਬ ਅੱਜ ਦੀ ਸਰਕਾਰ ਤੇ ਔਰ ਪਹਿਲੀ ਸਰਕਾਰ 'ਚ ਕੀ ਫਰਕ ਹੈ ਜੀ? ਜਿਹੜੀ ਅੱਜ ਦੀ ਨਵੀਂ ਸਰਕਾਰ ਬਣੀ ਆਮ ਪਾਰਟੀ, ਇਹਦੇ ਬਾਰੇ ਕੀ ਕਹਿਣਾ? ਇਹ ਈਵੀਐਮ ਮਸ਼ੀਨਾਂ ਨੇ ਬਣਾਈ ਹੈ, ਲੋਕਾਂ ਨੇ ਨਹੀਂ ਬਣਾਈ ਹੈ। ਇਹ ਤਾਂ ਈਵੀਐਮ ਤੁਹਾਨੂੰ ਦੱਸ ਸਕਦੇ ਹੈ ਕਿਹੋ ਜਿਹੀ ਸਰਕਾਰ। ਰੋਜ਼ ਇਹਨਾਂ ਦਾ ਜਨਾਜ਼ਾ ਨਿਕਲ ਰਿਹਾ ਹੈ ਤੇ ਈਵੀਐਮ ਨੂੰ ਪੁੱਛੋ ਕਿ ਤੁਸੀਂ ਕਿਹੋ ਜਿਹੀ ਸਰਕਾਰ ਬਣਾਈ ਹੈ। ਲੋਕਾਂ ਨੇ ਤਾਂ ਬਣਾਈ। ਦੇਸ਼ ਸੇਵਕ ਤੋਂ ਜਗਤਾਰ ਸਿੰਘ ਜੱਬੋਵਾਲ ਨੂੰ ਦਿਓ ਇਜਾਜ਼ਤ। ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਦੇ ਲਈ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ। ਧੰਨਵਾਦ, ਸ਼ੁਕਰੀਆ।